ਦੋਸਤੋ ਗਰਮੀ ਬਹੁਤ ਹੈ ਤਾਂ ਗਰਮੀ ਤੋਂ ਬਚਣ ਵਾਸਤੇ ਵੱਖ-ਵੱਖ ਉਪਰਾਲੇ ਲੋਕ ਕਰਦੇ ਨੇ। ਜ਼ਿਆਦਾਤਰ ਲੋਕਾਂ ਦੇ ਦਿਲਾਂ ਵਿੱਚ ਹੁੰਦਾ ਹੈ ਕਿ ਘਰ ਦੇ ਵਿੱਚ ਏਸੀ ਜ਼ਰੂਰ ਲੱਗਾ ਹੋਵੇ। ਜੇ ਏਸੀ ਲੱਗਾ ਹੈ ਤਾਂ ਸ਼ਾਇਦ ਇਸ ਗਰਮੀ ਤੋਂ ਸਾਨੂੰ ਵੱਡੀ ਰਾਹਤ ਮਿਲੇਗੀ। ਤਾਂ ਹਰ ਕੋਈ ਕੋਸ਼ਿਸ਼ ਕਰਦਾ ਕਿ ਸਾਡੇ ਘਰ 'ਚ ਏਸੀ ਲੱਗ ਜਾਵੇ, ਪਰ ਏਸੀ ਦੀ ਠੰਡੀ ਹਵਾ ਖਾਣ ਤੋਂ ਪਹਿਲਾਂ ਇੱਕ ਵਾਰ ਇਸ ਘਰ ਦੇ ਵਿੱਚ ਐਂਟਰ ਹੋ ਕੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ। ਪਹਿਲਾਂ ਦੇਖੋ, ਇਹ ਜਿਹੜਾ ਬੈੱਡ ਪਿਆ ਹੋਇਆ, ਇਸ ਬੈੱਡ ਨੂੰ ਸੜੇ ਹੋਏ ਨੂੰ ਦੇਖਣ ਤੋਂ ਬਾਅਦ ਤੁਸੀਂ ਸੋਚਦੇ ਹੋਵੋਗੇ ਕਿ ਹੋਇਆ ਕੀ ਹੈ। ਇਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ। ਪਹਿਲੇ ਇੱਕ ਬੈੱਡ ਦੇਖੋ, ਫਿਰ ਅੰਦਰ ਦੇ ਹਾਲਾਤ ਤੁਹਾਨੂੰ ਦਿਖਾਉਂਦੇ ਹਾਂ। ਕਮਰਾ ਪੂਰਾ ਸੜ ਚੁੱਕਿਆ, ਕਮਰੇ ਦਾ ਸਾਰਾ ਸਮਾਨ ਸੜ ਚੁੱਕਿਆ, ਲੈਪਟਾਪ ਪਿਆ ਸੀ ਉਹ ਸੜ ਚੁੱਕਿਆ, ਬਿਸਤਰੇ, ਬੈੱਡ, ਹਰ ਚੀਜ਼ ਸੜ ਚੁੱਕੀ ਹੈ। ਹੋਇਆ ਹੈ ਕਿ ਏਸੀ ਬਲਾਸਟ ਹੋਇਆ। ਤਾਂ ਇਸ ਘਰ ਦੇ ਅੰਦਰ ਐਂਟਰ ਹੋ ਕੇ ਤੁਹਾਨੂੰ ਤਸਵੀਰ ਦਿਖਾਉਂਦੇ ਹਾਂ ਕਿਸ ਤਰੀਕੇ ਦੇ ਨਾਲ ਏਸੀ ਬਲਾਸਟ ਹੋਣ ਦੇ ਨਾਲ ਨੁਕਸਾਨ ਹੋਇਆ। ਦੇਖੋ, ਲੋਹੇ ਦੇ ਟਰੰਕ, ਇਸ ਜਗ੍ਹਾ ਦੇ ਉੱਤੇ ਸਾਰੇ ਬਿਸਤਰੇ ਸੜ ਚੁੱਕੇ ਨੇ। ਕਮਰੇ ਦੇ ਅੰਦਰ ਦੇ ਹਾਲਾਤ ਕੀ ਹੋਣਗੇ, ਪਹਿਲਾਂ ਬਾਹਰ ਦੀ ਇੱਕ ਵਾਰੀ ਤਸਵੀਰ ਤੁਸੀਂ ਦੇਖ ਲਓ, ਉਸ ਤੋਂ ਬਾਅਦ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਅੰਦਰ ਦੇ ਹਾਲਾਤ ਕੀ ਨੇ, ਅੰਦਰ ਕਿਸ ਤਰੀਕੇ ਦੇ ਹਾਲਾਤ ਬਣੇ ਹੋਣਗੇ ਜਦੋਂ ਏਸੀ ਬਲਾਸਟ ਹੋਇਆ ਸੀ। ਜਾਨੀ ਨੁਕਸਾਨ ਨਹੀਂ ਹੋਇਆ, ਰੱਬ ਦਾ ਸ਼ੁਕਰ ਹੈ, ਪਰ ਜਾਨੀ ਨੁਕਸਾਨ ਹੋ ਸਕਦਾ ਸੀ। ਇਹ ਤਸਵੀਰ ਜਿਹੜੀ ਹੈ ਬਿਆਨ ਕਰਦੀ ਪਈ ਹੈ। ਸਾਹਮਣੇ ਦੇਖੋ, ਬਾਰੀਆਂ ਸੜ ਚੁੱਕੀਆਂ ਨੇ। ਕਮਰੇ ਦੇ ਅੰਦਰ ਬਲਾਸਟ ਹੋਇਆ, ਪਰ ਬਾਹਰ ਵਾਲੀ ਜਿਹੜੀਆਂ ਬਾਰੀਆਂ ਪਈਆਂ ਹੋਈਆਂ ਨੇ ਉਹ ਸੜ ਗਈਆਂ ਨੇ, ਦੀਵਾਰਾਂ ਕਾਲੀਆਂ ਹੋ ਗਈਆਂ ਨੇ। ਯਾਨੀ ਕਿ ਬਹੁਤ ਜ਼ਿਆਦਾ ਅੱਗ ਨੇ ਭਾਂਬੜ ਮਚਾਇਆ ਹੋਏਗਾ ਜਦੋਂ ਇਸ ਜਗ੍ਹਾ ਦੇ ਉੱਤੇ ਏਸੀ ਬਲਾਸਟ ਹੋਇਆ। ਤਾਂ ਹੁਣ ਅੰਦਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ, ਤਾਂ ਪਰਿਵਾਰਿਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਜ਼ਰੂਰ ਕਰਕੇ ਦੇਖਾਂਗੇ। ਫਿਲਹਾਲ ਦੇਖੋ, ਇਹ ਜਿਹੜਾ ਬੈੱਡ ਦਾ ਦੂਸਰਾ ਹਿੱਸਾ ਹੈ, ਤਾਂ ਇਹ ਦੂਸਰਾ ਹਿੱਸਾ ਹੈ ਜਿਹੜਾ ਕਿ ਸੜਿਆ ਹੋਇਆ ਪਿਆ। ਸਾਰਾ ਸਮਾਨ ਬਾਹਰ ਕੱਢਿਆ ਜਾ ਰਿਹਾ। ਏਸੀ ਜਿੱਥੇ ਲੱਗਾ ਸੀ ਉਹ ਦੇਖੋ, ਇਸ ਜਗ੍ਹਾ ਦੇ ਉੱਤੇ ਏਸੀ ਲੱਗਾ ਸੀ, ਅਚਾਨਕ ਹੀ ਬਲਾਸਟ ਹੁੰਦਾ ਤੇ ਬਲਾਸਟ ਹੋਣ ਦੇ ਨਾਲ ਸਾਰੇ ਕਮਰੇ ਦੇ ਵਿੱਚ ਜਿਹੜਾ ਸਮਾਨ ਹੈ ਉਹ ਵੀ ਖਤਮ ਹੋ ਜਾਂਦਾ ਹੈ। ਪਰਿਵਾਰਿਕ ਮੈਂਬਰ ਮੌਜੂਦ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਦੇਖਾਂਗੇ, ਜਿਨ੍ਹਾਂ ਨੇ ਇਹ ਆਪਣੀ ਅੱਖੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਸੀ, ਕਿਸ ਤਰੀਕੇ ਦੇ ਨਾਲ ਇੱਥੇ ਹੋਇਆ ਸੀ। ਤੇ ਉਹ ਵੀ ਅਸੀਂ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਸ ਤਰੀਕੇ ਦੇ ਨਾਲ ਮਾਹੌਲ ਬਣਿਆ। ਦੇਖੋ, ਇੱਧਰ ਦਰਵਾਜ਼ੇ ਸੜ ਚੁੱਕੇ ਨੇ, ਇਹ ਬੈੱਡ ਸੜ ਚੁੱਕੇ ਨੇ, ਬੈੱਡ ਬਾਹਰ ਕੱਢ ਦਿੱਤੇ ਗਏ ਨੇ। ਹੋਰ ਜਿਹੜਾ ਸਮਾਨ ਪਿਆ ਸੀ, ਇਹ ਦੇਖੋ, ਇਹ ਕੀ ਚੀਜ਼ ਹੈ, ਇਹ ਲੈਪਟਾਪ ਦੱਸਿਆ ਜਾ ਰਿਹਾ, ਇਹ ਲੈਪਟਾਪ ਹੈ। ਤਾਂ ਪਰਿਵਾਰਿਕ ਮੈਂਬਰ ਮੌਜੂਦ ਨੇ, ਉਹ ਸਾਨੂੰ ਸਾਰੀ ਜਾਣਕਾਰੀ ਦੇਣਗੇ ਕਿ ਕਿਸ ਤਰੀਕੇ ਦੇ ਨਾਲ ਇਹ ਮਾਹੌਲ ਜਿਹੜਾ ਬਣਿਆ ਸੀ, ਹੋਇਆ ਕੀ ਸੀ, ਜਿਹੜਾ ਇਹ ਬਲਾਸਟ ਹੋਇਆ, ਕਿ ਜ਼ਿਆਦਾ ਦੇਰ ਚੱਲਦਾ ਸੀ, ਚੱਲਦਾ ਰਹਿ ਗਿਆ ਏਸੀ, ਜਾਂ ਫਿਰ ਕੁਝ ਦੇਰ ਹੋਇਆ, ਜਾਂ ਫਿਰ ਕਿਸੇ ਕੰਪਨੀ ਦਾ ਕਸੂਰ ਹੈ, ਜਿਹੜੀ ਕੰਪਨੀ ਦਾ ਏਸੀ ਆ। ਤਾਂ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਕੇ ਦੇਖਦੇ ਹਾਂ। ਨਾਮ ਕੀ ਤੁਹਾਡਾ? ਰਮਨਪ੍ਰੀਤ। ਅਮਨਪ੍ਰੀਤ, ਕੀ ਹੋਇਆ ਕੀ ਆ, ਕਿਸ ਤਰੀਕੇ ਨਾਲ ਦੇਖ ਰਹੇ ਹਾਂ ਅਸੀਂ? ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਬਹੁਤ ਭਿਅੰਕਰ ਅੱਗ ਲੱਗੀ ਹੁੰਦੀ ਆ, ਸਾਰਾ ਘਰ ਜਿਹੜਾ ਵਾ ਕਾਲਾ ਕਾਲਾ ਨਜ਼ਰ ਆ ਰਿਹਾ, ਕਮਰੇ ਦਾ ਸਮਾਨ ਸੜ ਚੁੱਕਿਆ। ਹੋਇਆ ਕੀ ਇੱਥੇ? ਕੱਲ੍ਹ 11:30 ਵਜੇ ਦੀ ਗੱਲ ਆ। ਮੈਂ ਤੇ ਮੇਰੇ ਮੰਮਾ ਘਰ ਸੀਗੇ, ਏਸੀ ਚੱਲ ਰਿਹਾ ਸੀ। ਮੇਰਾ ਬ੍ਰਦਰ ਦੂਜੇ ਰੂਮ 'ਚ ਸੁੱਤਾ ਹੋਇਆ ਸੀ। ਮੈਨੂੰ ਉਸਨੇ ਬੁਲਾਇਆ ਤੇ ਮੰਮਾ ਨੇ ਕਿਹਾ ਕਿ ਮੈਂ ਕਿਚਨ 'ਚ ਚਾਹ ਬਣਾਉਣ ਲਈ। ਅਸੀਂ ਬਸ 5 ਮਿੰਟ ਲਈ ਰੂਮ ਤੋਂ ਬਾਹਰ ਗਏ ਹਾਂ ਤੇ ਅਚਾਨਕ ਏਸੀ ਬਲਾਸਟ ਹੋ ਗਿਆ। ਏਸੀ ਬਲਾਸਟ ਹੋ ਕੇ ਸਿੱਧਾ ਬੈੱਡ 'ਤੇ ਡਿੱਗ ਪਿਆ। ਸੋ ਬੈੱਡ 'ਤੇ ਡਿੱਗਣ ਨਾਲ ਪੂਰੇ ਘਰ 'ਚ ਅੱਗ ਲੱਗ ਗਈ। ਪੂਰਾ ਰੂਮ ਜਿਹੜਾ ਹੈ ਭਖਣ ਲੱਗ ਪਿਆ, ਅਲਮਾਰੀ ਸੜ ਗਈ, ਹੋਰ ਵੀ ਸਮਾਨ ਸੀਗਾ, ਸਾਰੀ ਅੱਗ ਬਿਲਕੁਲ ਐਂ ਮਚਣ ਲੱਗ ਪਈ। ਅਸੀਂ ਬਾਹਰ ਦੇ ਦਰਵਾਜ਼ੇ 'ਤੇ ਜਾਣ ਦੀ ਟਰਾਈ ਕੀਤੀ, ਪਰ ਉਹ ਵੀ ਲੌਕ ਹੋਣ ਕਰਕੇ ਉੱਧਰ ਵੀ ਪੂਰੀ ਅੱਗ ਮੱਚ ਗਈ ਸੀ। ਫਿਰ ਅਸੀਂ ਕਿਸੇ ਤਰੀਕੇ ਨਾਲ ਕੋਠੇ 'ਤੇ ਜਾ ਕੇ ਰੌਲਾ ਰੱਪਾ ਪਾਇਆ। ਫਿਰ ਸਾਡੇ ਆਂਢ ਗੁਆਂਢ ਆਇਆ, ਉਹਨਾਂ ਨੇ ਪਾਣੀ ਪੂਣੀ ਪਾਉਣਾ ਸਟਾਰਟ ਕੀਤਾ। 1.5-2 ਘੰਟੇ ਅੱਗ ਇੱਦਾਂ ਹੀ ਲੱਗਦੀ ਰਹੀ ਹੈ ਪੂਰੇ ਘਰ ਨੂੰ, ਪੂਰੇ ਸਾਰੇ ਅੰਦਰ ਬਾਹਰ। ਯਾਨੀ ਕਿ ਉਹ 5 ਮਿੰਟ ਜਿਹੜੇ ਸੀ ਉਹ ਤੁਹਾਡੀ ਜਾਨ ਬਚਾ ਗਏ, ਜਿਹੜਾ ਤੁਸੀਂ ਬਾਹਰ ਗਏ। ਸਿਰਫ ਜੇ ਅਸੀਂ ਬਾਹਰ ਨਾ ਜਾਂਦੇ ਤਾਂ ਅਸੀਂ ਵੀ ਅੰਦਰ ਹੀ ਹੋਣਾ ਸੀਗਾ। ਅੰਦਰ ਅਚਾਨਕ ਹੀ ਏਸੀ ਚੱਲਦਾ ਹੀ ਬਲਾਸਟ ਹੋ ਗਿਆ। ਕਿੰਨੀ ਦੇਰ ਪਹਿਲਾਂ ਏਸੀ ਚਲਾਇਆ ਸੀ ਤੁਸੀਂ? ਅਸੀਂ ਕੋਈ 20-25 ਮਿੰਟ ਪਹਿਲਾਂ ਏਸੀ ਚਲਾਇਆ ਸੀ। ਯਾਨੀ ਕਿ 20-25 ਮਿੰਟ ਜ਼ਿਆਦਾ ਅਸੀਂ ਇਹ ਨਹੀਂ ਕਹਿ ਸਕਦੇ ਕਿ 2 ਦਿਨ ਹੋ ਗਏ ਲਗਾਤਾਰ ਚੱਲਦਾ ਪਿਆ ਸੀ, ਗਰਮ ਹੋ ਗਿਆ ਇਸ ਕਰਕੇ ਫਟ ਗਿਆ। 20-25 ਮਿੰਟ ਹੋਏ ਤੇ 20-25 ਮਿੰਟ ਦੇ ਵਿੱਚ ਇਸ ਤਰ੍ਹਾਂ ਦਾ? ਹਾਂਜੀ, 20-25 ਮਿੰਟ 'ਚ ਏਸੀ ਬਲਾਸਟ ਹੋ ਗਿਆ। ਤਾਂ ਅੱਗੇ ਤੁਸੀਂ ਕੀ ਮੰਗ ਕੀ ਕਰਦੇ ਜੇ? ਕਿ ਏਸੀ ਕੰਪਨੀ ਦੇ ਨਾਲ ਤੁਸੀਂ ਤਾਲਮੇਲ ਮਿਲਿਆ, ਜਿਹੜੀ ਦੁਕਾਨ ਤੋਂ ਲਿਆ? ਨਾਲੇ ਏਸੀ ਲਿਆ ਕਦੋਂ ਸੀ, ਕਿੰਨੀ ਦੇਰ ਪਹਿਲੇ ਲਿਆ? ਏਸੀ ਮੈਂ ਮਈ ਦੇ ਮਹੀਨੇ 'ਚ ਲਿਆ ਸੀਗਾ। 2 ਮਹੀਨੇ ਹੋਏ ਸੀ ਸਿਰਫ ਏਸੀ ਚੱਲਦੇ ਨੂੰ। ਹਾਇਰ ਕੰਪਨੀ ਦਾ ਏਸੀ ਸੀਗਾ, ਰਾਕੇਸ਼ ਇੰਟਰਪ੍ਰਾਈਸਿਸ ਤੋਂ ਲਿਆ ਸੀ। ਹਾਇਰ ਕੰਪਨੀ ਦਾ ਸੀ ਜੀ। ਹਾਂ, ਤਾਂ ਉਹਨਾਂ ਨਾਲ ਤੁਸੀਂ ਗੱਲਬਾਤ ਕੀਤੀ ਵੀ ਕਿਉਂ ਐਡੀ ਵੱਡੀ ਗੱਲ ਹੋ ਗਈ, ਕਿਉਂ ਏਸੀ ਫਟ ਗਿਆ, ਜ਼ਿਆਦਾ ਦੇਰ ਵੀ ਨਹੀਂ ਹੋਈ ਤਾਂ ਕਿਉਂ ਬਲਾਸਟ ਹੋ ਗਿਆ? ਉਹਨਾਂ ਨਾਲ ਗੱਲਬਾਤ ਕੀਤੀ ਸੀ? ਹਾਂਜੀ, ਉਹਨਾਂ ਨਾਲ ਗੱਲਬਾਤ ਕੀਤੀ ਸੀ, ਬਟ ਉਹਨਾਂ ਨੇ ਕੁਛ ਦੱਸਿਆ ਨਹੀਂ। ਉਹ ਇਹੀ ਗੱਲ ਕਹਿੰਦੇ ਰਹੇ, ਤੁਹਾਡੇ ਘਰ 'ਚ ਪ੍ਰੋਬਲਮ ਆ, ਤੁਹਾਡੀਆਂ ਵਾਇਰਾਂ ਨਹੀਂ ਸਹੀ, ਤੁਹਾਡਾ ਆਹ ਸਹੀ ਆ, ਇਸ ਕਰਕੇ ਏਸੀ ਬਲਾਸਟ ਹੋ ਗਿਆ। ਯਾਨੀ ਕਿ ਤੁਹਾਡੇ 'ਚ ਕਸੂਰ ਨਿਕਲ ਗਿਆ ਵਾ, ਏਸੀ 'ਚ ਕੋਈ ਕਸੂਰ ਨਹੀਂ ਨਿਕਲਿਆ। ਏਸੀ 'ਚ ਕੋਈ ਹਾਂਜੀ। ਤਾਂ ਹੁਣ ਕੀ ਮੰਗ ਕੀ ਕਰਦੇ ਅਸੀਂ, ਕੀ ਚਾਹੁੰਦੇ ਹਾਂ? ਅਸੀਂ ਇਹੀ ਚਾਹੁੰਦੇ ਹਾਂ ਬਸ ਕਿ ਜੋ ਸਾਡਾ ਨੁਕਸਾਨ ਆ ਉਹ ਭਰਪਾਈ ਕੀਤੀ ਜਾਵੇ। ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ, ਸਾਡੇ ਘਰ ਦਾ ਕੋਈ ਸਮਾਨ ਨਹੀਂ ਬਚਿਆ। ਅਸੀਂ ਗਰੀਬ ਲੋਕ ਆ, ਕਿੱਥੋਂ ਇਹ ਚੀਜ਼ਾਂ ਪੂਰੀਆਂ ਕਰੀਏ?
ਹਾਂਜੀ ਆ ਮੈਨੂੰ ਇਹ ਹੈਗਾ ਕਿ ਮੈਨੂੰ ਤਾਂ ਲੱਗਦਾ ਵਾ ਜਿਸ ਤਰ੍ਹਾਂ ਗੱਤਾ ਹੁੰਦਾ ਕੋਈ ਗੱਤਾ ਸੜ ਲੱਗਦਾ ਵਾ ਜਿਸ ਤਰ੍ਹਾਂ ਗੱਤਾ ਹੁੰਦਾ ਕੋਈ ਗੱਤਾ ਸੜ ਜਾਂਦਾ ਕੀ ਹੈਗਾ ਇਹ ਸਰ ਮੈਂ ਵਾਕਈ ਲੈਪਟਾਪ ਹੈ? ਹਾਂਜੀ ਲੈਪਟਾਪ ਆ ਮੈਂ ਇਹ ਵੀ 2 ਮਹੀਨੇ ਪਹਿਲਾਂ ਪਰਚੇਜ਼ ਕੀਤਾ ਸੀਗਾ। ਮੈਂ ਆਪਣੇ ਕੰਮ ਲਈ ਯੂਜ਼ ਕੀਤਾ ਸੀਗਾ। ਮੇਰੀਆਂ ਕਲਾਸਿਸ ਲੱਗਦੀਆਂ ਹੁੰਦੀਆਂ ਸੀ ਇਹ ਲੈਪਟਾਪ ਹੀ ਆ ਦੇਖੋ ਸਕਰੀਨ ਨਜ਼ਰ ਆ ਰਹੀ ਹੈ ਦੇਖੋ ਇਹ ਸਕਰੀਨ ਨਜ਼ਰ ਆ ਰਹੀ ਹੈ ਤਾਂ ਲੈਪਟਾਪ ਹੀ ਆ ਜਿਸ ਤਰ੍ਹਾਂ ਇਸ ਲੜਕੀ ਵੱਲੋਂ ਦੱਸਿਆ ਜਾ ਰਿਹਾ ਕਿ ਲੈਪਟਾਪ ਸੀ ਤਾਂ ਲੈਪਟਾਪ ਜਿਹੜਾ ਲਿਆ ਸੀ ਇਹ ਕਿਹੜੀ ਕੰਪਨੀ ਦਾ ਲਿਆ ਸੀ? ਇਹ ਮੈਂ ਡੈਲ ਕੰਪਨੀ ਦਾ ਲੈਪਟਾਪ ਲਿਆ ਸੀਗਾ। ਇਸ ਨੁਕਸਾਨ ਕੁੱਲ ਨੁਕਸਾਨ ਕਿੰਨਾ ਹੋ ਗਿਆ? ਇਹ 2 ਤੋਂ 2.5-3 ਲੱਖ ਦਾ ਨੁਕਸਾਨ ਹੋ ਗਿਆ। 60,000 ਰੁਪਏ ਤਾਂ ਮੈਂ ਸਿਰਫ ਲੈਪਟਾਪ ਹੀ ਲਿਆ ਸੀ ਡੈਲ ਕੰਪਨੀ ਦਾ। ਏਸੀ ਵੱਖਰਾ ਗਿਆ ਲੈਪਟਾਪ ਵੱਖਰਾ ਗਿਆ ਬਾਕੀ ਸਮਾਨ ਵੱਖਰਾ ਗਿਆ ਬੈੱਡ ਸੜ ਗਿਆ ਨਾ। ਹਾਂਜੀ ਸਾਰਾ ਬੈੱਡ ਦੇ ਵਿੱਚ ਜਿੰਨੇ ਸਮਾਨ ਸੀ ਸਾਰਾ ਸੜ ਗਿਆ। ਅਲਮੀਰਾ 'ਚ ਜੋ ਕੈਸ਼ ਸੀਗਾ ਥੋੜਾ ਬਹੁਤਾ ਉਹ ਵੀ ਸਭ ਕੁਝ ਬਰਨ ਹੋ ਗਿਆ। ਸਾਰਾ ਕੁਝ ਜਲ ਗਿਆ। ਤਾਂ ਬੜੀ ਵੱਡੀ ਗੱਲ ਹੈ ਕਿ ਸਮਾਨ ਸਾੜਾ ਸੜ ਕੇ ਸਵਾਹ ਹੋ ਗਿਆ ਪਰ ਕੰਪਨੀ ਜਿਹੜੀ ਆ ਕੰਪਨੀ ਦੀ ਜਿੱਥੋਂ ਏਸੀ ਲਿੱਤਾ ਵਾ ਜਿਹੜੀ ਦੁਕਾਨ ਦੇ ਉੱਤੋਂ ਉਹ ਕਹਿ ਰਹੇ ਕਿ ਸਾਡਾ ਕੋਈ ਕਸੂਰ ਨਹੀਂ ਹੈ ਇਹ ਤੁਹਾਡਾ ਕਸੂਰ ਹੈ। ਤਾਂ ਹੁਣ ਮੰਗ ਇਹ ਕਰ ਰਹੇ ਆ ਕਿ ਇਹ ਸਾਡੀ ਭਰਪਾਈ ਕੀਤੀ ਜਾਵੇ ਤਾਂ ਭਰਪਾਈ ਕਰੇਗਾ ਕੌਣ ਜੇ ਉਹ ਮੰਨਦੇ ਨਹੀਂ ਪਏ? ਕੰਪਨੀ ਭਰਵਾਈ ਸਰ ਮੇਰੇ ਵੱਲੋਂ ਤੇ ਇਹ ਕਿ ਕੰਪਨੀ ਨੂੰ ਭਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਦਾ ਏਸੀ ਫਟ ਚੁੱਕਿਆ ਹੈ। ਤਾਂ ਬਿਲਕੁਲ ਇੱਕ ਵਾਰ ਫਿਰ ਮੈਂ ਹਾਲਾਤ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਬਾਹਰ ਦੀ ਅੰਦਰ ਦੇ ਹਾਲਾਤ ਤਾਂ ਵਾਕਿਆ ਹੀ ਜੋ ਕਹਿ ਰਹੇ ਨੇ ਕਿ ਇੰਨੇ ਦਾ ਨੁਕਸਾਨ ਹੋਇਆ ਤੇ ਉਹ ਨਜ਼ਰ ਵੀ ਆ ਰਿਹਾ 60,000 ਦਾ ਤਾਂ ਸਿੱਧਾ ਲੈਪਟਾਪ ਹੀ ਹੈ। ਤਾਂ ਏਸੀ ਦੀ ਕੀਮਤ ਵੀ ਕਰੀਬ ਪਾਪ ਹੋ ਕੇ ਅਸੀਂ ਕਹਿ ਸਕਦੇ ਕਿ 2 ਲੱਖ ਤੇ ਮਿਨੀਮਮ ਹੈਗਾ ਹੀ ਹੈ। ਬੈੱਡ ਵੀ ਹੈ ਲੈਪਟਾਪ ਹੈ ਏਸੀ ਹੈ ਹੋਰ ਸਮਾਨ ਹੈ ਕੈਸ਼ ਹੈ ਅਲਮਾਰੀ ਜਿਹੜੀ ਬਾਹਰ ਪਈ ਆ ਇਹ ਵੀ ਸੜ ਕੇ ਸਵਾਹ ਹੋ ਚੁੱਕੀ ਹੈ। ਦੇਖੋ ਕਿ ਕਿਸ ਤਰੀਕੇ ਦੇ ਹਾਲਾਤ ਬਣੇ ਨੇ ਪਰ ਸਵਾਲ ਇੱਥੇ ਸਭ ਤੋਂ ਵੱਡਾ ਇਹ ਉੱਠ ਰਿਹਾ ਕਿ ਇਹਦੀ ਭਰਪਾਈ ਕੌਣ ਕਰੇਗਾ? ਜਿਹੜੇ ਜਿਹਦੇ ਕੋਈ ਦੁਕਾਨ ਤੋਂ ਏਸੀ ਲਿਆਂਦਾ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਇਹਦੀ ਭਰਪਾਈ ਨਹੀਂ ਕਰ ਸਕਦੇ ਅਸੀਂ ਇਹ ਤੁਹਾਡੀ ਵਾਇਰਿੰਗ ਦੇ ਵਿੱਚ ਕਸੂਰ ਹੈ ਹੋ ਸਕਦਾ ਤੁਹਾਡੀ ਵਾਇਰਿੰਗ ਦੇ ਨਾਲ ਹੀ ਏਸੀ ਬਲਾਸਟ ਹੋਇਆ ਹੋਵੇ ਤੇ ਜੇਕਰ ਵਾਇਰਿੰਗ ਦੇ ਵਿੱਚ ਕਸੂਰ ਤੇ ਚੱਲਣਾ ਹੀ ਨਹੀਂ ਚਾਹੀਦਾ ਸੀ ਏਸੀ ਚੱਲ ਗਿਆ ਤਾਂ ਫਟ ਗਿਆ ਤੇ ਉਸ ਤੋਂ ਬਾਅਦ ਵਾਇਰਿੰਗ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਵਾਇਰਿੰਗ ਦੇ ਵਿੱਚ ਨੁਕਸ ਹੈ। ਤਾਂ ਦੇਖੋ ਬਾਹਰ ਤੱਕ ਅੱਗ ਆ ਚੁੱਕੀ ਹੈ ਬਾਹਰ ਤੱਕ ਬਿਲਕੁਲ ਅੱਗ ਪਹੁੰਚ ਚੁੱਕੀ ਸੀ ਬਾਰੀਆਂ ਸੜ ਗਈਆਂ ਸੀ। ਇੱਧਰ ਇਹ ਜਿਹੜੀ ਬਾਰੀ ਨਜ਼ਰ ਆ ਰਹੀ ਹੈ ਦੇਖੋ ਇਹ ਬਾਰੀਆਂ ਨੇ ਜਿਹੜੀਆਂ ਸੜ ਚੁੱਕੀਆਂ ਨੇ ਬਿਲਕੁਲ ਸਵਾਹ ਹੋ ਚੁੱਕੀਆਂ ਕੰਮ ਦੀਆਂ ਨਹੀਂ ਹੈ। ਦੇਖੋ ਲੱਥ ਚੁੱਕੀਆਂ ਬਾਰੀਆਂ ਖਤਮ ਹੋ ਚੁੱਕੀਆਂ ਨੇ ਤਾਂ ਇਹ ਕਹਿ ਸਕਦੇ ਹਾਂ ਕਿ ਬਿਲਕੁਲ ਕੰਡਮ ਹੋ ਚੁੱਕਿਆ ਇੱਧਰ ਵਾਲਾ ਹਿੱਸਾ ਬਿਲਕੁਲ ਕੰਡਮ ਹੋ ਚੁੱਕਿਆ ਇੱਧਰ ਵਾਲੀਆਂ ਦੀਵਾਰਾਂ ਵੀ ਕਾਲੀਆਂ ਨਜ਼ਰ ਆ ਰਹੀਆਂ ਨੇ ਤੇ ਅੱਗ ਇੱਥੇ ਵੀ ਪਹੁੰਚ ਸਕਦੀ ਸੀ ਜੇਕਰ ਮੁਹੱਲੇ ਵਾਲੇ ਮੌਕੇ ਤੇ ਨਾ ਪਹੁੰਚਦੇ ਇਲਾਕਾ ਨਿਵਾਸੀ ਮੌਕੇ ਤੇ ਨਾ ਪਹੁੰਚਦੇ ਤਾਂ ਹਰ ਚੀਜ਼ ਭੈਣ ਜੀ ਦੱਸਿਆ ਜਾ ਰਿਹਾ ਤੁਹਾਡੀ ਬੇਟੀ ਵੱਲੋਂ ਕਿ ਤੁਸੀਂ ਤੇ ਉਹ ਅੰਦਰ ਸੀ ਕੀ ਹੋਇਆ ਕੀ ਸੀ ਕਿੰਨੀ ਦੇਰ ਪਹਿਲਾਂ ਏਸੀ ਚਲਾਇਆ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ 25 ਮਿੰਟ ਪਹਿਲਾਂ ਏਸੀ ਇਹ ਇਹਨਾਂ ਦੇ ਮਾਤਾ ਜੀ ਇਹ ਨੇ ਹਾਂਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਜੀ ਅੰਦਰ ਸੀ ਤੁਸੀਂ ਤੇ ਕੀ ਹੋਇਆ ਸੀ? ਕੁਛ ਨਹੀਂ ਮੈਂ ਤੇ ਅੰਦਰ ਸੀ ਮੁੜ ਕੇ ਚਾਹ ਬਣਾਉਣ ਚਲ ਗਈ ਯਕਦਮ ਹੀ ਏਸੀ ਉਹ ਹੋ ਗਿਆ ਬਲੈਕ ਤੇ ਕੁਛ ਨਹੀਂ ਸਭ ਕੁਛ ਹੀ ਅੰਦਰ ਹੈਗਾ ਸੀ ਸਭ ਕੁਛ ਹੀ ਕੋਈ ਚੀਜ਼ ਬਚੀ ਨਹੀਂ ਆ ਆ ਵੇਖੋ ਕੁਛ ਬਚਿਆ ਹੋਵੇ ਤੇ ਦੱਸਾਂ ਵੀ ਕੁਛ ਬਚਿਆ ਮੇਰੇ ਜਾਣਿਆ ਬੜਾ ਔਖਾ ਬਣਾਇਆ ਸੀਗਾ। ਇਹਨਾਂ ਦੇ ਪਾਪਾ ਹੈ ਨਹੀਂ ਆ ਗੁੜੀਆ ਕੰਮ ਕਰਦੀ ਬੇਟਾ ਕੰਮ ਕਰਦਾ ਬੜੇ ਔਖੇ ਹੋ ਕੇ ਇਹਨਾਂ ਨੇ ਬਣਾਇਆ ਹੈ ਵਿਚਾਰਿਆਂ ਨੇ ਕਿਸ਼ਤਾਂ ਤੇ ਹਰ ਚੀਜ਼ ਕਿਸ਼ਤਾਂ ਤੇ ਹੀ ਬਣਾਈ ਹੈ ਕੋਈ ਸਾਡੇ ਕੋਲ ਹੋਰ ਸਹਾਰਾ ਨਹੀਂ ਹੈਗਾ ਇਹਨਾਂ ਤੋਂ ਬੱਚਿਆਂ ਕਿਸ਼ਤਾਂ ਹੁਣ ਲੱਥ ਗਈਆਂ ਸੀ ਏਸੀ ਦੇ ਨਹੀਂ ਅਜੇ ਤੀਸਰੀ ਕਿਸ਼ਤ ਆ ਅਜੇ ਤੀਸਰੀ ਕਿਸ਼ਤ ਗਈ ਸੀਗੀ ਕੋਈ ਕਿਸ਼ਤ ਨਹੀਂ ਲੈਪਟਾਪ ਵੀ ਕਿਸ਼ਤਾਂ ਤੇ ਲਿਆ ਹਰ ਇੱਕ ਚੀਜ਼ ਕਿਸ਼ਤਾਂ ਲੈ ਬੈੱਡ ਤੱਕ ਕਿਸ਼ਤਾਂ ਤੇ ਲਿਆ ਬੱਚਿਆਂ ਨੇ ਆਖੋ ਤੁਸੀਂ ਦੱਸ ਸਕਦੇ ਆ ਕੀ ਮੰਗ ਕਰਦੇ ਜੀ? ਅਸੀਂ ਇਹੋ ਮੰਗ ਕਰਦੇ ਕਿ ਜਿੱਦਾਂ ਵੀ ਅਸੀਂ ਕਿਸੇ ਦਾ ਹੀ ਵੀ ਬੁਰਾ ਨਹੀਂ ਸੋਚਦੇ ਪਰ ਜੋ ਵੀ ਹੋਵੇ ਬੱਚਿਆਂ ਨੂੰ ਮਿਲਣਾ ਚਾਹੀਦਾ ਉਹ ਜੋ ਵੀ ਇਹਨਾਂ ਦਾ ਹੱਕ ਹੈ ਨੁਕਸਾਨ ਹੋਇਆ ਤਾਂ ਬਿਲਕੁਲ ਨੁਕਸਾਨ ਜਿੰਨਾ ਹੋਇਆ ਉਹਦੀ ਭਰਪਾਈ ਹੋਣੀ ਚਾਹੀਦੀ ਹੈ। ਇਹ ਪਰਿਵਾਰ ਵੱਲੋਂ ਸਿਰਫ ਇੱਕ ਹੀ ਗੱਲ ਦੱਸੀ ਜਾ ਰਹੀ ਹੈ ਕਿ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਕਰੇ ਕੌਣ ਕਰੇਗਾ ਭਰਪਾਈ? ਦੁਕਾਨਦਾਰ ਨਾ ਕਰ ਰਿਹਾ ਦੁਕਾਨਦਾਰ ਕਹਿ ਰਿਹਾ ਕਿ ਮੈਂ ਕੋਈ ਭਰਪਾਈ ਨਹੀਂ ਕਰਾਂਗਾ ਤਾਂ ਹੁਣ ਭਰਪਾਈ ਇਹਦੀ ਕੌਣ ਕਰੇਗਾ? ਇਹ ਵੱਡੀ ਗੱਲ ਹੈ। ਇਲਾਕੇ ਦੇ ਮੋਤਬਾਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਦੇਖਦੇ ਹਾਂ ਉਹਨਾਂ ਦਾ ਕੀ ਇਸ ਸਾਰੇ ਮਸਲੇ ਦੇ ਉੱਤੇ ਦੱਸਣਾ ਹੈ ਕਿ ਦੁਕਾਨਦਾਰ ਜਿਸ ਤਰੀਕੇ ਨਾਲ ਕਹਿ ਰਿਹਾ। ਸਭ ਤੋਂ ਪਹਿਲਾਂ ਨਾਮ ਦੱਸੋ ਤੁਸੀਂ। मैं जसवंत सिंह इलाका निवासी सोशल वर्कर एंड आरटीआई एक्टिविस्ट। ਸਰ ਕੀ ਕਹਿਣਾ ਚਾਹੁੰਦੇ ਜੀ? ਵੱਡੀ ਗੱਲ ਹੈ ਕਿ ਘਰ ਨਜ਼ਰ ਆ ਰਿਹਾ ਕਿ ਜਿਸ ਤਰ੍ਹਾਂ ਕਾਲੀਆਂ ਹੋ ਗਈਆਂ ਦੀਵਾਰਾਂ ਕਾਲੀਆਂ ਹੋ ਗਈਆਂ ਹਰ ਚੀਜ਼ ਸੜ ਗਈ ਹੈ ਤੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਦੁਕਾਨਦਾਰ ਵੀ ਕਹਿ ਰਿਹਾ ਕਿ ਮੈਂ ਭਰਪਾਈ ਨਹੀਂ ਕਰੂੰਗਾ ਗਰੀਬ ਪਰਿਵਾਰ ਕਿੱਥੇ ਜਾਏਗਾ? बड़ा अफसोस है जी बड़ी मंदभागी घटना जो अज वापरी आ ये बड़ी मंदभागी घटना पर सब तो पहला उस सच्चे पातशाह का शुकराना भी करते हैं ਉਹ ਇਸ ਕਰਕੇ ਕਿ ਜਾਨ ਜਿਹੜੀ ਜਾ ਸਕਦੀ ਸੀ ਇਹ ਬਲਾਸਟ ਦੇ ਵਿੱਚ ਕੋਈ ਸੜ ਸਕਦਾ ਸੀ ਉਹ ਜਿਹੜਾ ਜਾਨ ਜਿਹੜੀ ਆ ਬਚ ਗਈ ਪਰ ਛੋਟੇ ਛੋਟੇ ਬੱਚੇ ਨੇ ਮਤਲਬ +2 ਕੀਤੀ ਆ ਹੁਣੇ ਹੀ ਮੇਰੇ ਕੋਲੋਂ ਹੀ ਔਰ ਪੜ੍ਹ ਲਿਖ ਕੇ ਬੇਟੀ ਨੇ ਹਿੰਮਤ ਕਰਕੇ ਆਪਣਾ ਥੋੜਾ ਥੋੜਾ ਸਮਾਨ ਜੋੜਿਆ ਲੈਪਟਾਪ ਖਰੀਦਿਆ ਲੈਪਟਾਪ ਦੇ ਉੱਪਰ ਕੰਮ ਕਰਦੀ ਸੀ
ਲੈਪਟਾਪ ਵੀ ਡੈਲ ਕੰਪਨੀ ਦਾ ਜਿਹੜਾ ਕਿਸ਼ਤਾਂ ਤੇ ਆ, ਪਹਿਲੀ ਕਿਸ਼ਤ ਉਹਦੀ ਗਈ ਆ। ਜਿਹੜਾ ਏਸੀ ਆ ਹਾਇਰ ਕੰਪਨੀ ਦਾ, ਉਹ ਵੀ ਕਿਸ਼ਤਾਂ ਦੇ ਉੱਪਰ ਆ, ਉਹਦੀ ਦੂਸਰੀ ਤੀਸਰੀ ਕਿਸ਼ਤ ਗਈ, ਦੱਸਦੇ ਪਏ ਆ ਜਿਸ ਤਰੀਕੇ ਦੇ ਨਾਲ। ਔਰ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਗਿਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਭੈਣ ਜੀ ਜਿਹੜੇ ਨੇ ਇਹਨਾਂ ਦੇ ਹਸਬੈਂਡ ਮਰਿਆਂ ਨੂੰ ਕਾਫੀ ਦੇਰ ਹੋ ਚੁੱਕੀ ਹੈ। ਬੜੀ ਜੱਦੋ ਜਹਿਦ ਦੇ ਨਾਲ ਇਹਨਾਂ ਬੱਚਿਆਂ ਨੂੰ ਪਾਲਿਆ ਔਰ ਇਹ ਮਕਾਨ ਨੂੰ ਹੁਣੀ ਬਿਲਡਅਪ ਕੀਤਾ ਸੀ। ਔਰ ਜਿਹੜਾ ਆਸ਼ਿਆਨਾ ਜਦੋਂ ਕਿਸੇ ਦਾ ਸੜ ਕੇ ਸਵਾਹ ਹੋ ਜਾਂਦਾ, ਬੜੀ ਮੰਦਭਾਗੀ ਘਟਨਾ ਹੁੰਦੀ ਹੈ। ਉਹਨੂੰ ਮਹਿਸੂਸ ਹੁੰਦਾ ਕਿ ਕੀ ਬੀਤਦੀ ਵੀ ਹੈ। ਜ਼ਰੂਰ ਸਾਨੂੰ ਔਰ ਸਾਰੇ ਇਲਾਕਾ ਨਿਵਾਸੀਆਂ ਨੂੰ, ਔਰ ਸਾਡੇ ਕਾਉਂਸਲਰ ਵਿਰਾਟ ਦੇਵਗਨ ਉਹ ਵੀ ਉਚੇਚੇ ਤੌਰ ਤੇ ਆਪਣੀ ਸਰਕਾਰ ਦੇ ਨਾਲ ਵੀ ਗੱਲ ਕਰ ਰਹੇ ਆ। ਜੋ ਸਰਕਾਰ ਵੱਲੋਂ ਕਿਤੇ ਕੋਈ ਮਦਦ, ਮਾਲੀ ਮਦਦ ਹੋ ਸਕਦੀ ਹੋਵੇ, ਉਹਦੇ ਤੇ ਅਸੀਂ ਜ਼ੋਰ ਲਾ ਰਹੇ ਹਾਂ ਸਾਰੇ ਜਾਣੇ ਰਲ ਕੇ ਕਿ ਜੋ ਵੀ ਇਹਨਾਂ ਦੀ ਮਦਦ ਕੀਤੀ ਜਾ ਸਕਦੀ ਹੈ ਅਸੀਂ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਕੇ ਇਹਨਾਂ ਦੀ ਜਿਹੜੀ ਨੁਕਸਾਨ ਹੋਇਆ ਉਹਦੀ ਭਰਪਾਈ ਕਰੀਏ। ਪਰ ਜਿਹੜੇ ਰਿਟੇਲਰ ਕੋਲੋਂ ਮਿਸਟਰ ਰਾਕੇਸ਼ ਮਹਿਰਾ ਜੀ ਖਜ਼ਾਨਾ ਗੇਟ ਤੋਂ, ਜਿੱਥੋਂ ਇਸ ਰਮਨਪ੍ਰੀਤ ਕੌਰ ਨੇ ਇਹ ਏਸੀ ਖਰੀਦਿਆ ਸੀ, ਜਦੋਂ ਮੇਰੀ ਉਹਨਾਂ ਦੇ ਨਾਲ ਗੱਲ ਹੋਈ ਆ, ਉਹਨਾਂ ਨੇ ਕਿਸੇ ਤਲਵਾਰ ਜੀ ASM ਅਸਿਸਟੈਂਟ ਸੀਨੀਅਰ ਮੈਨੇਜਰ ਆਫ ਦਾ ਹਾਇਰ ਕੰਪਨੀ, ਉਹਨਾਂ ਦੇ ਨਾਲ ਜਿਹੜੀ ਮੇਰੀ ਗੱਲ ਹੋਈ, ਜੋ ਰਾਬਤਾ ਹੋਇਆ, ਉਹਦੇ ਦਰਮਿਆਨ ਉਹ ਕਹਿੰਦੇ ਆ ਜੀ ਅਸੀਂ ਕਿਸੇ ਗੱਲ ਦੇ ਜ਼ਿੰਮੇਵਾਰ ਨਹੀਂ ਆ। ਪਰੰਤੂ ਜਦੋਂ ਇਹਨਾਂ ਦੇ ਵਕੀਲ ਨੇ ਉਹਨਾਂ ਦੇ ਨਾਲ ਗੱਲ ਕੀਤੀ ਆ, ਤਾਂ ਤਲਵਾਰ ਜੀ ਜਿਹੜੇ ਹਾਇਰ ਕੰਪਨੀ ਦੇ ਡਿਸਟ੍ਰੀਬਿਊਟਰ ਨੇ, ਉਹਨਾਂ ਦਾ ਕਹਿਣਾ ਇਹ ਆ ਕਿ ਜਿਹੜਾ ਰਾਕੇਸ਼ ਮਹਿਰਾ ਜੀ ਨੇ ਜੋ ਕੰਮ ਕੀਤਾ, ਜਦੋਂ ਇਹ ਏਸੀ ਦੀ ਫਿਟਿੰਗ ਹੁੰਦੀ ਹੈ ਤੇ ਉਹ ਕੰਪਨੀ ਦੇ ਥਰੂ ਹੋਣੀ ਹੁੰਦੀ ਆ, ਪਰ ਕੁਝ ਮੁਨਾਫਾ, ਕੁਝ ਪੈਸਾ ਵਿੱਚੋਂ ਕਮਾਉਣ ਦੇ ਲਈ ਕਿਸੇ ਅਣਜਾਣ ਵਿਅਕਤੀ ਕੋਲੋਂ ਇਹਦੀ ਜਿਹੜੀ ਆ ਉਹ ਫਿਟਿੰਗ ਉਹਨਾਂ ਦੁਆਰਾ ਭੇਜ ਕੇ ਕਰਵਾਈ ਗਈ ਸੀ। ਔਰ ਫਿਟਿੰਗ ਦੇ ਵਿੱਚ ਵੀ ਥੋੜੀ ਕਮੀ ਰਹਿ ਗਈ ਸੀ, ਉਹਦੀ ਵਜ੍ਹਾ ਇਹ ਬਲਾਸਟ ਹੋ ਸਕਦਾ। ਔਰ ਦੂਸਰਾ ਨਾਲ ਦੇ ਨਾਲ ਉਹ ਕਹਿੰਦੇ ਆ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਕੋਈ ਵੀ ਭਰਪਾਈ ਜਿਹੜੀ ਆ ਉਹ ਨਹੀਂ ਕਰਾਂਗੇ। ਜਦ ਕਿ ਰਾਕੇਸ਼ ਜੀ ਇਹਦੇ ਉੱਤੇ ਪਰਦਾ ਪਾਉਣ ਕਰਕੇ ਜਦੋਂ ਵੀ ਕਿਸੇ ਏਸੀ ਦੀ ਫਿਟਿੰਗ ਹੁੰਦੀ ਆ ਤਾਂ ਕੰਪਨੀ ਨੂੰ 72 ਘੰਟਿਆਂ ਦੇ ਵਿੱਚ ਇੱਕ ਈਮੇਲ ਭੇਜ ਕੇ ਦੱਸਣਾ ਹੁੰਦਾ ਕਿ ਆਹ ਜਿਹੜਾ ਨੰਬਰ ਦਾ ਏਸੀ ਜਿਹੜਾ ਤੁਹਾਡਾ ਫਿੱਟ ਹੋ ਚੁੱਕਾ। ਜੋ ਤਲਵਾਰ ਜੀ ਦੇ ਨਾਲ ਗੱਲ ਹੋਈ, ਉਹਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਰਿਟੇਲਰ ਜਿਹੜਾ ਆ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਮਤਲਬ ਇੱਕ ਦੂਸਰੇ ਦੇ ਉੱਪਰ ਡਿਸਟ੍ਰੀਬਿਊਟਰ ਤੇ ਰਿਟੇਲਰ ਇੱਕ ਦੂਸਰੇ ਦੇ ਉੱਪਰ ਗਾਜ ਜਿਹੜੀ ਆ ਸੁੱਟ ਰਹੇ ਆ, ਪਰੰਤੂ ਸਿੱਧੇ ਤੌਰ ਦੇ ਉੱਤੇ ਇਸ ਜਿਹੜਾ ਜਿਨ੍ਹਾਂ ਦਾ ਆਸਰਾ ਕੋਈ ਨਹੀਂ ਇਸ ਪਰਿਵਾਰ ਦਾ, ਨੁਕਸਾਨ ਤਾਂ ਇਸ ਪਰਿਵਾਰ ਦਾ ਹੋ ਗਿਆ, ਅਣਗਹਿਲੀ ਭਾਵੇਂ ਕਿਸੇ ਦੀ ਵੀ ਹੋਵੇ। ਯੈਸ ਤਾਂ ਸਰ ਪੁਲਿਸ ਕੰਪਲੇਂਟ ਕੀਤੀ ਜਾਏਗੀ ਇਸ ਦੀ? ਪੁਲਿਸ ਕੰਪਲੇਂਟ ਕੀਤੀ ਆ। ਮਾਣਯੋਗ SHO ਕੋਟ ਖਾਲਸਾ ਗੁਰਵਿੰਦਰ ਜੀ ਦੇ ਨਾਲ ਮੇਰੀ ਹੁਣੇ ਹੀ ਤੁਹਾਡੇ ਆਉਣ ਤੋਂ ਪਹਿਲਾਂ ਹੀ ਗੱਲ ਹੋਈ ਆ। ਉਹ ਕਹਿੰਦੇ ਆ ਜੀ ਇਹਦੇ ਵਿੱਚ ਜਿਹੜੀ ਰਿਪੋਰਟ ਦਰਜ ਕਰਨੀ ਸੀ ਉਹ ਅਸੀਂ ਕਰ ਦਿੱਤੀ। ਅਚਾਨਕ ਹਾਦਸਾ ਹੋਇਆ, ਇਹਦੇ ਵਿੱਚ ਅਗਲੇਰੀ ਕਾਰਵਾਈ ਕੋਈ ਨਹੀਂ ਆ, ਤੁਸੀਂ ਰਿਪੋਰਟ ਦੀ ਕਾਪੀ ਲੈ ਸਕਦੇ ਹੋ, ਦੈਟਸ ਆਲ। ਉਹਨਾਂ ਵੱਲੋਂ ਮਾਮਲਾ ਜਿਹੜਾ ਉਹ ਖਤਮ ਹੋ ਚੁੱਕਾ। ਹੱਲ ਕੀ ਹੋਏਗਾ ਇਸ ਤੋਂ? ਇਸ ਤੋਂ ਅਗਲਾ ਹੱਲ ਜੋ ਮੈਂ ਆਪਣੇ ਜਾਣਕਾਰਾਂ ਦੇ ਨਾਲ ਗੱਲ ਕੀਤੀ ਹੈ, ਉਹ ਕਹਿੰਦੇ ਕਿ ਇਹਦਾ ਇੱਕ ਹੀ ਰਾਸਤਾ ਆਖਰੀ ਬਚਦਾ ਹੈ ਕਿ ਕੋਈ ਵਕੀਲ ਕਰਕੇ ਤੇ ਤੁਸੀਂ ਕੰਜ਼ਿਊਮਰ ਕੋਰਟ ਦੇ ਵਿੱਚ ਕੇਸ ਨੂੰ ਲੈ ਕੇ ਜਾਓ ਤਾਂ ਕਿ ਕੰਜ਼ਿਊਮਰ ਕੋਰਟ ਤੁਹਾਡੇ ਹੱਕ ਦੇ ਵਿੱਚ ਕੋਈ ਫੈਸਲਾ ਦੇ ਦੇਵੇ। ਬਿਲਕੁਲ ਦੇਖਦੇ ਹਾਂ ਕਿ ਕੰਜ਼ਿਊਮਰ ਕੋਰਟ ਦੇ ਵਿੱਚ ਕੋਈ ਹੱਲ ਹੁੰਦਾ ਹੈ ਜਾਂ ਨਹੀਂ ਹੁੰਦਾ। ਪਰ ਵੱਡਾ ਸਵਾਲ ਇੱਥੇ ਇਸ ਗਰੀਬ ਪਰਿਵਾਰ ਵਾਸਤੇ ਆ ਕਿ ਹੁਣ ਭਰਪਾਈ ਕੌਣ ਕਰੇਗਾ। ਕਰੀਬ 2-2.5 ਲੱਖ ਦਾ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਨੁਕਸਾਨ ਹੋ ਗਿਆ। ਕੈਸ਼ ਵੀ ਅੰਦਰ ਪਿਆ ਸੀ, ਹੋਰ ਵੀ ਸਮਾਨ ਜਿਹੜੇ ਕੀਮਤੀ ਸਮਾਨ ਤੁਹਾਨੂੰ ਦਿਖਾਏ ਆ ਉਹ ਵੀ ਅੰਦਰ ਪਏ ਹੋਏ ਸੀ। ਤਾਂ ਉਹਨਾਂ ਦਾ ਹੱਲ ਜਿਹੜਾ ਕਿ ਕਿਸ ਤਰ੍ਹਾਂ ਹੋਏਗਾ, ਇਹ ਵੱਡੀ ਗੱਲ ਹੈ। ਤਾਂ ਇੱਕ ਗੱਲ ਜ਼ਰੂਰ ਪੱਕੀ ਹੈ ਕਿ ਜੇਕਰ ਅਸੀਂ ਕੋਈ ਵੀ ਏਸੀ ਲਗਾਉਂਦੇ ਆ ਤਾਂ ਸੋਚ ਸਮਝ ਕੇ ਹੁਣ ਲਗਾਉਣਾ ਪਏਗਾ। ਜ਼ਿਆਦਾਤਰ ਜਿਹੜੀ ਕੰਪਨੀ ਦਾ ਨਾਮ ਇਹਨਾਂ ਵੱਲੋਂ ਲਿਆ ਜਾ ਰਿਹਾ ਉਸ ਕੰਪਨੀ ਦਾ, ਕਿਉਂਕਿ ਉਹ ਕੰਪਨੀ ਬਾਅਦ ਵਿੱਚ ਭਰਪਾਈ ਨਹੀਂ ਕਰੇਗੀ, ਨਾ ਹੀ ਕੋਈ ਜ਼ਿੰਮੇਵਾਰੀ ਲਏਗੀ। ਇਹ ਵੱਡੀ ਗੱਲ ਹੈ ਕਿ ਕੰਪਨੀ ਅਤੇ ਡੀਲਰ ਅਤੇ ਡਿਸਟ੍ਰੀਬਿਊਟਰ ਜਿਹੜੇ ਦੋਨੇ ਜਣੇ ਉਹਨਾਂ ਵੱਲੋਂ ਆਪਸ ਵਿੱਚ ਇੱਕ ਦੂਸਰੇ ਦੇ ਉੱਤੇ ਗਾਜ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਕਹਿੰਦੇ ਮੈਂ ਨਹੀਂ ਜ਼ਿੰਮੇਵਾਰ ਤੇ ਉਹ ਕਹਿੰਦੇ ਮੈਂ ਨਹੀਂ ਜ਼ਿੰਮੇਵਾਰ, ਪਰ ਨੁਕਸਾਨ ਤੇ ਇਸ ਪਰਿਵਾਰ ਦਾ ਹੋਇਆ। ਇਹ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪਿਰਾਮਿਡ ਸਰਵਿਸਿਜ਼ ਲਗਭਗ 1.5 ਸਾਲ ਬਾਅਦ ਇੱਕ ਵਾਰ ਫੇਰ ਤੋਂ ਕੈਨੇਡੀਅਨ ਐਜੂਕੇਸ਼ਨ ਫੇਅਰ ਕੈਨੇਡਾ ਸਿੱਖਿਆ ਮੇਲਾ ਲੈ ਕੇ ਆ ਰਿਹਾ ਹੈ, ਜਿਹਦੇ ਵਿੱਚ ਤੁਸੀਂ ਸ਼ਾਮਿਲ ਹੋ ਕੇ 25 ਕੈਨੇਡੀਅਨ ਯੂਨੀਵਰਸਿਟੀਜ਼ ਔਰ ਕਾਲਜਿਸ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਆਪਣੇ ਜਨਵਰੀ ਸੈਸ਼ਨ ਦੇ ਦਾਖਲੇ ਰਿਜ਼ਰਵ ਕਰ ਸਕਦੇ ਹੋ। ਸੀਟਸ ਲਿਮਿਟਡ ਹੈ, ਸੋ ਅਪਲਾਈ ਫਾਸਟ। ਸੈਮੀਨਾਰ ਹੋ ਰਿਹਾ ਹੈ 8 ਅਗਸਤ ਨੂੰ ਜਲੰਧਰ ਵਿੱਚ, 9 ਅਗਸਤ ਨੂੰ ਲੁਧਿਆਣਾ ਵਿੱਚ, 10 ਅਗਸਤ ਨੂੰ ਮੋਗਾ ਵਿੱਚ, 11 ਅਗਸਤ ਨੂੰ ਬਠਿੰਡਾ ਵਿੱਚ, 12 ਅਗਸਤ ਨੂੰ ਚੰਡੀਗੜ੍ਹ ਅਤੇ 13 ਅਗਸਤ ਨੂੰ ਪਟਿਆਲਾ। ਸੋ participate in this event to reserve your seat for winter intake and get your visa on time. ਧੰਨਵਾਦ। Pyramid, visa for a better life.